ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਗੱਲਬਾਤ ਕਰਾਂਗੇ ਹੈਲਥ ਇਜ਼ ਵੈਲਥ, ਜਾਨ ਹੈ ਤਾਂ ਜਹਾਨ ਹੈ। ਅੱਜ ਤੁਹਾਡੇ ਵਾਸਤੇ ਉਹ ਕੁਝ ਕੰਮ ਦੀਆਂ ਗੱਲਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਵਾਸਤੇ ਜਾਣਨੀਆਂ ਬੜੀਆਂ ਲਾਜ਼ਮੀ ਨੇ, ਖਾਸ ਕਰਕੇ ਆਪਣੇ ਸਰੀਰ ਦੇ ਨਾਲ ਸੰਬੰਧਿਤ, ਸਰੀਰ ਨੂੰ ਰੋਗਾਂ ਤੋਂ ਮੁਕਤ ਕਿਵੇਂ ਰੱਖਣਾ, ਉਸ ਦੇ ਮੁਤਲਕ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਸਹਿਯੋਗੀ ਰਹਿਣਗੇ। ਅੱਜ ਸਾਡੇ ਗੈਸਟ ਰਹਿਣਗੇ ਐਡਵਾਂਸ ਜੀਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਨਿਸ਼ਾ ਡੋਗਰਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਬੈਨੀਪਾਲ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਡਾਕਟਰ ਸਾਹਿਬਾ, ਮੈਨੂੰ ਇਹ ਪਤਾ ਹੈ ਕਿ ਸਮੇਂ-ਸਮੇਂ ਤੇ ਕਈ ਨਵੀਆਂ ਬਿਮਾਰੀਆਂ ਆਉਂਦੀਆਂ ਨੇ, ਜਿਸ ਤਰ੍ਹਾਂ ਹੁਣ ਕੋਵਿਡ ਨੇ ਸਾਰੇ ਡਰਾਏ ਪਏ ਆ। ਬਿਲਕੁਲ ਜੀ, ਬਿਲਕੁਲ। ਭਾਵੇਂ ਕਿਸੇ ਨੂੰ ਵੱਧ ਹੋ ਜੇ, ਕਿਸੇ ਨੂੰ ਘੱਟ ਹੋਵੇ, ਕਈਆਂ ਨੂੰ ਤਾਂ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਿ ਕੋਵਿਡ ਹੋ ਕੇ ਚਲਾ ਵੀ ਗਿਆ, ਪਰ ਜੇ ਟੈਸਟ ਕਰਾ ਲੈਣ ਸ਼ਾਇਦ ਉਹ ਪੋਜ਼ਿਟਿਵ ਆ ਜਾਣ। ਹਾਂਜੀ, ਬਿਲਕੁਲ। ਸੋ ਮੈਨੂੰ ਇਹ ਦੱਸੋ ਕਿ ਸਮੇਂ-ਸਮੇਂ ਤੇ ਜਿਹੜੀਆਂ ਇਹ ਬਿਮਾਰੀਆਂ ਆਉਂਦੀਆਂ ਨੇ, ਕਿਉਂਕਿ ਤੁਹਾਡੀ ਸਟੱਡੀ ਬਾਕੀ ਆਪਾਂ ਜਦੋਂ ਗੱਲ ਕਰਦੇ ਆਂ ਮੈਡੀਕਲ ਸਾਇੰਸ ਦੇ ਨਾਲੋਂ ਥੋੜੀ ਐਡਵਾਂਸ ਹੈ, ਐਡਵਾਂਸ ਜੀਨੋਮਿਕਸ ਹੈ। ਹਾਂਜੀ, ਐਡਵਾਂਸ ਜੀਨੋਮਿਕਸ ਹੈ, ਬਿਲਕੁਲ। ਮੈਨੂੰ ਇਹ ਦੱਸਿਓ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਪਹਿਲਾਂ ਤਾਂ ਨਹੀਂ ਪਤਾ ਲੱਗ ਸਕਦਾ ਜੀ। ਐਕਚੁਅਲੀ ਹੁੰਦਾ ਕੀ ਹੈ ਕਿ ਇਹ ਜਿਹੜਾ ਕੋਵਿਡ ਹੈ ਇਹ ਨਵਾਂ ਆਇਆ ਹੈ ਔਰ ਕਾਫੀ ਇਹ ਹਾਈਬ੍ਰਿਡ ਫਾਰਮ ਚ ਆਇਆ, ਜਿੰਨੀ ਅਸੀਂ ਰਿਸਰਚ ਕੀਤੀ ਹੈ। ਤੇ ਜਿਸ ਤਰ੍ਹਾਂ ਮੈਂ ਦੱਸਿਆ, ਮੇਰੇ ਬੇਟੇ ਨੇ ਤਾਂ ਪੂਰੀ ਬੁੱਕ ਲਿਖੀ ਹੈ ਇਹਦੇ ਚ ਕੋਵਿਡ-19 ਦੇ ਉੱਤੇ, ਪੂਰੀ ਬੁੱਕ ਲਿਖੀ ਹੈ, ਕਿੱਥੋਂ ਆਇਆ, ਕਿੱਦਾਂ ਫੈਲਿਆ, ਜਾਂ ਅੱਗੇ ਹੁਣ ਵੈਕਸੀਨੇਸ਼ਨ ਜਾਂ ਉਹਦੇ ਅੱਗੇ ਜਿਹੜੇ ਕਨਸੀਕੁਐਂਸਿਸ, ਪੂਰਾ ਉਹਨੇ ਥਰੂ ਆਊਟ ਬੁੱਕ ਲਿਖੀ ਹੈ। ਸੋ ਦੈਟਸ ਸਾਨੂੰ ਥੋੜਾ ਜਿਹਾ ਜ਼ਿਆਦਾ ਡੀਪ ਇਨਸਾਈਡ ਜਾਣਿਆ, ਕਹਿੰਦੇ ਸਮੁੰਦਰ ਚ ਡੁੱਬ ਕੇ ਹੀ ਹੈ ਨਾ ਪਤਾ ਮਿਲਦਾ ਹੈ। ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਇਹ ਕੋਵਿਡ-19 ਹੈ ਇਹ ਇਨਫੈਕਸ਼ਨ ਦੇ ਥਰੂ ਹੈ, ਪਰ ਇਹ ਇਨਫੈਕਸ਼ਨ ਦੇ ਥਰੂ ਇਦਾਂ ਨਹੀਂ ਹੈ ਕਿ ਜਿੱਦਾਂ ਟੱਚ ਕਰਨ ਨਾਲ ਹੋ ਜਾਂਦਾ ਜਾਂ ਕਿਸੇ ਦਾ ਜੂਠਾ ਖਾ ਲਿਆ ਤਾਂ ਹੋ ਗਿਆ। ਇਹ ਹੈ ਕਿ ਸਾਹ ਦੀ ਬਿਮਾਰੀ ਹੈ, ਅਪਰ ਰੈਸਪੀਰੇਟਰੀ। ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਜਿਸਲੇ ਕਿਸੇ ਨਾਲ ਸਾਹ ਨਾਲ ਜਰਾਸੀਮ ਆ ਗਏ ਤੇ ਉਹ ਅੰਦਰ ਜਾ ਕੇ ਉਹ ਫੈਲ ਜਾਂਦੇ ਨੇ। ਸੋ ਉਹਦੇ ਨਾਲ ਫਿਰ ਕੀ ਤੁਹਾਡੀ ਰੈਸਪੀਰੇਸ਼ਨ ਜਿਹੜੀ ਹੈ ਟਰਬਲ ਆਉਂਦੀ ਹੈ ਜਾਂ ਹੋਰ ਬਿਮਾਰੀ ਆਉਂਦੀ ਹੈ। ਇਸ ਕਰਕੇ ਇਹਦਾ ਮੇਨ ਇਹੋ ਹੀ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਯਾ, ਤੇ ਜੇ ਤੁਸੀਂ ਕਿਹਾ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ, ਇਹ ਹਰ ਇੱਕ ਦਾ ਇਮਿਊਨ ਸਿਸਟਮ ਦੇ ਨਾਲ ਹੀ ਹੈ ਕਿ ਰੋਜ਼ ਦੀ ਰੋਜ਼ ਸਾਨੂੰ ਕੁਛ ਨਾ ਕੁਛ ਛੋਟੇ ਜਰਾਸੀਮ ਸਾਡੇ ਆਉਂਦੇ ਰਹਿੰਦੇ ਨੇ, ਟ੍ਰਾਂਸਫਰ ਹੁੰਦੇ ਰਹਿੰਦੇ, ਕਿਉਂਕਿ ਹਵਾ ਵਿੱਚ ਕਾਫੀ ਸਾਰੇ ਬੈਕਟੀਰੀਆ, ਵਾਇਰਸਿਸ ਫੈਲਦੇ ਰਹਿੰਦੇ ਨੇ। ਸਰਦੀਆਂ 'ਚ ਅਲੱਗ ਕਿਸਮ ਦੇ ਹੁੰਦੇ, ਗਰਮੀਆਂ 'ਚ ਅਲੱਗ ਕਿਸਮ ਦੇ ਹੁੰਦੇ ਨੇ, ਤੇ ਉਹ ਜਿਹੜੇ ਆਉਂਦੇ ਨੇ ਤੇ ਸਾਡੀ ਬਾਡੀ ਫਾਈਟ ਕਰਦੀ ਰਹਿੰਦੀ ਹੈ। ਪਰ ਇਹ ਜਿਹੜੀ ਚੀਜ਼ ਇਹ ਥੋੜੀ ਜ਼ਿਆਦਾ ਹੋ ਗਿਆ, ਇਸ ਕਰਕੇ ਸਾਡੀ ਬਾਡੀ ਜਿਹੜੀ ਹੈ ਇਹਨੂੰ ਕੱਢਣ ਦੀ ਕੋਸ਼ਿਸ਼ ਵੀ ਕਰਦੀ ਹੈ, ਫਾਈਟ ਕਰਦੀ ਹੈ। ਹਰ ਇੱਕ ਦਾ ਇਮਿਊਨ ਸਿਸਟਮ ਵੱਖਰਾ ਵੱਖਰਾ ਹੁੰਦਾ ਹੈ। ਜਾਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਜਿੱਦਾਂ ਕਿਸੇ ਨੂੰ ਪਹਿਲੇ ਹੀ ਐਜ਼ਮਾ ਜਾਂ ਸਾਹ ਦੀ ਤਕਲੀਫ ਹੋਣ ਜਾਂ ਹਾਰਟ ਦੀ ਤਕਲੀਫ ਹੋਣ ਜਾਂ ਕਿਸੇ ਨੂੰ ਡਾਇਬਟੀਜ਼ ਹੋਏ, ਤਾਂ ਇਹਨਾਂ ਨੂੰ ਜ਼ਿਆਦਾ ਤਕਲੀਫਾਂ ਜਿਹੜੀਆਂ ਨੇ ਉਹ ਕਾਬੂ ਕਰ ਲੈਂਦੀਆਂ, ਕਿਉਂਕਿ ਇਮਿਊਨ ਸਿਸਟਮ ਡਾਊਨ ਹੋ ਗਿਆ ਹੁੰਦਾ ਹੈ। ਸੋ ਬਹੁਤ ਹੈ ਕਿ ਇੱਕ ਤੇ ਬਿਮਾਰੀਆਂ ਲੱਗਣ ਹੀ ਨਾ, ਚਾਹੇ ਤੁਸੀਂ ਗੋਲੀਆਂ ਖਾਂਦੇ ਹੋ ਜਾਂ ਨਹੀਂ ਖਾਂਦੇ, ਲੇਕਿਨ ਇਮਿਊਨ ਸਿਸਟਮ ਤੁਹਾਡਾ ਡਾਊਨ ਹੈ ਤੇ ਇਹ ਬਿਮਾਰੀ ਦਾ ਲੜਨੇ ਦੀ ਜਿਹੜੀ ਵਾਇਰਸ, ਬੈਕਟੀਰੀਆ ਬਾਹਰੋਂ ਆਉਂਦੇ ਨੇ, ਉਹ ਸ਼ਕਤੀ ਘਟ ਜਾਂਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਅਟੈਕ ਹੋ ਜਾਂਦਾ ਹੈ। ਤੇ ਜਿਹੜੇ ਦੂਜੇ ਨੇ ਨਾਰਮਲ ਹੈਲਦੀ, ਤੁਸੀਂ ਗੱਲ ਕਰਦੇ ਪਿਓ, ਉਹਦਾ ਕੀ ਹੈ ਕਿ ਉਹ ਜਿੱਦਾਂ ਹੋਰਾਂ ਨਾਲ ਲੜਦੇ ਨੇ, ਇਹਦਾ ਲੜਦੇ ਵੀ ਹੈ ਨੇ, ਬਾਡੀ ਦਾ ਇਮਿਊਨ ਸਿਸਟਮ ਸਟਰੋਂਗ ਹੈ, ਦੇ ਕੈਨ ਫਾਈਟ ਐਂਡ ਉਹਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੰਦੇ ਨੇ। ਅੱਛਾ, ਜਿਹੜੀ ਤੁਸੀਂ ਹੁਣੀ ਕਿਤਾਬ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ, ਤੁਹਾਡੇ ਬੇਟੇ ਨੇ ਲਿਖੀ ਹੈ ਜੀ, ਉਹ ਮਾਰਕੀਟ ਵਿੱਚ ਕਦੋਂ ਆਉਣੀ ਹੈ ਤੇ ਉਹਦਾ ਨਾਂ ਕੀ ਹੈ ਜੀ? ਹਾਂਜੀ, ਮਾਰਕੀਟ ਵਿੱਚ ਆ ਚੁੱਕੀ ਹੈ। ਹਾਂ, 1 ਮਹੀਨਾ ਹੋ ਗਿਆ ਨੂੰ ਆਲਮੋਸਟ। ਉਹਦਾ ਕੋਵਿਡ-19 ਪੈਂਡੇਮਿਕ। ਤੇ ਬੇਟੇ ਦਾ ਨਾਂ ਡਾਕਟਰ ਅਭਿਸ਼ੇਕ ਭਗਤ, ਉਹ ਕਾਰਡੀਓਲੋਜਿਸਟ ਹੈ ਤੇ USA ਵਿੱਚ ਪ੍ਰੈਕਟਿਸ ਕਰਦਾ ਪਿਆ ਆਪਣੀ। ਸੋ ਉਹਨੂੰ ਇਹਦੇ ਨਾਲ ਵੀ, ਕਿਉਂਕਿ ਹਾਰਟ ਦੇ ਪੇਸ਼ੈਂਟ ਵਿੱਚ ਕੋਵਿਡ ਪੇਸ਼ੈਂਟ ਵੀ ਕਾਫੀ ਆਉਂਦੇ ਨੇ ਉਹਦੇ ਕੋਲ ਵੀ, ਤੇ ਇਸ ਕਰਕੇ ਉਹਨੂੰ ਜ਼ਿਆਦਾ ਪੇਸ਼ੈਂਟ ਦੇ ਨਾਲ ਰਹਿ ਕੇ ਜ਼ਿਆਦਾ ਪਤਾ ਲੱਗਿਆ। ਤਾਂ ਇਸ ਕਰਕੇ ਹੀ ਡਾਕਟਰ ਅਭਿਸ਼ੇਕ ਭਗਤ, MD ਕਾਰਡੀਓਲੋਜਿਸਟ, ਐਂਡ ਬੁੱਕ ਇਜ਼ ਕੋਵਿਡ-19 ਪੈਂਡੇਮਿਕ। ਅੱਛਾ ਡਾਕਟਰ ਸਾਹਿਬ, ਮੈਨੂੰ ਇਹ ਦੱਸੋ, ਤੁਸੀਂ ਵੀ, ਮੈਨੂੰ ਪਤਾ ਹੈ ਬੀਤੇ ਵੇਲਿਆਂ ਦੇ ਵਿੱਚ ਆਪਣੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਨੇ, ਕਿਤਾਬਾਂ ਲਿਖਣ ਦਾ ਸ਼ੌਕ ਤੁਹਾਨੂੰ ਵੀ ਹੈ। ਹਾਂਜੀ, ਸਮੇਂ-ਸਮੇਂ ਤੇ ਤੁਸੀਂ ਵੱਖੋ-ਵੱਖ ਬਿਮਾਰੀਆਂ ਨੂੰ ਆਧਾਰ ਬਣਾ ਕੇ ਕਿਤਾਬਾਂ ਲਿਖੀਆਂ ਨੇ। ਜੀ ਜੀ। ਕੋਵਿਡ-19 ਪੈਂਡੇਮਿਕ ਜਿਸ ਦੀ ਆਪਾਂ ਗੱਲ ਕਰਦੇ ਹਾਂ, ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ, ਤੁਸੀਂ ਨਹੀਂ ਜੀ ਕੋਈ ਕਿਤਾਬ ਲਿਖੀ? ਹਾਂਜੀ, ਐਕਚੁਅਲੀ ਬੇਟੇ ਨੇ ਜਿਸ ਨੇ ਬੁੱਕ ਲਿਖੀ ਹੈ ਤੇ ਮੈਂ ਕਿਹਾ ਤੂੰ ਪ੍ਰੀ ਪੈਂਡੇਮਿਕ ਦੀ ਤੂੰ ਬੁੱਕ ਲਿਖ ਲੈ ਜਿਹੜੀ ਇਸ ਲਈ ਚੱਲਦਾ ਪਿਆ ਦੌਰਾਨ, ਤੇ ਮੈਂ ਪੋਸਟ ਦੀ ਲਿਖਾਂਗੀ। ਸੋ ਇਹ ਬੁੱਕ ਜਿਹੜੀ ਹੈ ਅਵੇਲੇਬਲ ਹੈ ਉੱਥੇ Amazon ਵਿੱਚ। ਅੱਛਾ, ਤੇ ਇਹਦੇ ਵਿੱਚ ਇਹ ਵੀ ਹੈ ਕਿ ਆਡੀਓ ਬੁੱਕ ਵੀ ਅਵੇਲੇਬਲ ਹੈ। ਇਹ ਵਧੀਆ ਗੱਲ ਹੈ ਕਿ ਕਈ ਹੁੰਦੇ ਸੁਣ ਸਕਦੇ ਆ, ਆਪਾਂ ਪੜ੍ਹ ਨਹੀਂ ਸਕਦੇ। ਆਡੀਓ ਬੁੱਕ ਵੀ ਅਵੇਲੇਬਲ ਹੈ ਔਰ ਕਿੰਡਲ ਬੁੱਕ ਵੀ ਅਵੇਲੇਬਲ, ਜਿਹੜੀ ਕਿੰਡਲ 'ਚ ਡਾਊਨਲੋਡ ਕਰ ਲੈਂਦੇ ਆ ਤੁਸੀਂ। ਔਰ ਤੀਸਰੀ ਹੈ ਕਿ ਤੁਹਾਨੂੰ ਜੇ ਬੁੱਕ ਖਰੀਦਣੇ, ਤੁਹਾਨੂੰ ਲੱਗਦਾ ਕਿ ਬੁੱਕ ਹੱਥ 'ਚ ਫੜ ਕੇ ਦੇਖਣ ਦੇ, ਪੜ੍ਹਨੇ ਦਾ ਸ਼ੌਕ ਹੈ, ਤਾਂ ਤੁਸੀਂ ਬਾਏ ਵੀ ਕਰ ਸਕਦੇ ਹੋ। ਇਟਸ ਵੈਰੀ ਈਜ਼ੀਲੀ ਅਵੇਲੇਬਲ ਔਨ Amazon।
ਅੱਛਾ, ਹੁਣ ਮੈਨੂੰ ਇਹੀ ਦੱਸੋ, ਕੁਦਰਤਨ ਆਪਣੀ ਗੱਲ ਇਧਰ ਨੂੰ ਚੱਲ ਪਈ ਹੈ। ਹਾਂਜੀ ਤੁਸੀਂ ਗੱਲ ਕਾਰਡੀਓ ਦੀ ਕਰ ਲਈ ਹੈ ਜੀ। ਬਹੁਤ ਸਾਰੇ ਲੋਕ ਨੇ ਉਹ ਇੱਕ ਫਲੋਰ ਤੋਂ ਸੈਕੰਡ ਫਲੋਰ ਤੇ ਚੜ੍ਹੇ ਆਉਣ, ਉਹਨਾਂ ਨੂੰ ਬੁਲਾ ਲਓ, ਤੈਨੂੰ ਮੈਂ ਫੇਰ ਦੱਸਦਾ, ਉਹਨਾਂ ਨੂੰ ਸਾਹ ਇੰਨਾ ਚੜਿਆ ਹੁੰਦਾ ਹੈ। ਇਹਦਾ ਕਾਰਨ ਕੀ? ਦਿਲ ਕਮਜ਼ੋਰ ਹੈ ਜੀ। ਜਾਂ ਉਹਦੇ ਕਈ ਕਾਰਨ ਪਿੱਛੇ ਹੋਰ ਹੁੰਦੇ ਨੇ? ਕਾਰਨ ਕੀ ਹੈ ਜੀ? ਹਾਂਜੀ, ਐਕਚੁਅਲੀ ਨਾ ਸਾਹ ਦੀ ਤਕਲੀਫ ਜਿਹੜੀ ਹੈ ਇਹ ਮੈਂ ਵੀ ਦੇਖਿਆ ਹੁਣ ਲੋਕਾਂ ਨੂੰ ਕਾਫੀ ਜ਼ਿਆਦਾ ਹੁੰਦੀ ਪਈ ਹੈ, ਕਿਉਂਕਿ ਪਹਿਲੇ ਤੇ 올ਡ ਏਜ ਕਹਿੰਦੇ ਸੀ ਤੂੰ ਬੁੱਢਾ ਹੋ ਗਿਆ ਜਦੋਂ ਸਾਹ ਦੀ ਤਕਲੀਫ ਹੁੰਦੀ ਸੀ। ਹੁਣ ਦੇਖੋ ਕਿ ਇਵਨ ਕਿ ਮੈਂ ਦੇਖਿਆ ਬੱਚਿਆਂ ਨੂੰ ਵੀ ਸਾਹ ਦੀ ਤਕਲੀਫ ਹੋ ਜਾਂਦੀ ਹੈ ਕਿ ਹਾਰਟ ਦੀ ਤੇ ਹੈ ਹੀ ਹੈ। ਮੋਸਟਲੀ ਉਹਨਾਂ ਲੋਕਾਂ ਨੂੰ ਮੈਂ ਦੇਖਿਆ ਜਿਨ੍ਹਾਂ ਦੇ ਨੱਕ ਬੰਦ ਰਹਿੰਦੇ ਨੇ, ਕੰਜੈਸਟਡ ਰਹਿੰਦੀ ਹੈ, ਗਲੇ 'ਚ ਰੇਸ਼ਾ ਰਹਿੰਦਾ ਹੈ, ਸੋ ਦੇ ਕੈਨ ਨਾਟ ਬਰੀਥ ਪ੍ਰੋਪਰਲੀ, ਫਿਰ ਲੰਗਸ ਵੀ ਕਮਜ਼ੋਰ ਹੁੰਦੇ ਨੇ, ਉਹਦੇ ਨਾਲ ਹਾਰਟ ਵੀ ਕਮਜ਼ੋਰ ਹੋ ਜਾਂਦਾ ਹੈ। ਸੋ ਇਨਫਲੇਮੇਸ਼ਨ ਜਿਹੜੀ ਬਹੁਤ ਜ਼ਿਆਦਾ ਰੋਲ ਹੈ ਕਿ ਇਨਫਲੇਮੇਸ਼ਨ ਸਾਡੇ ਸੋਜ ਹੋ ਜਾਂਦੀ ਹੈ, ਤੇ ਸੋਜ ਜਿਹੜੀ ਹਾਰਟ ਦੇ ਨੇੜੇ ਹੋ ਜਾਏ ਤੇ ਉਹਨੂੰ ਜਿਹੜੀ ਬਰੀਥਿੰਗ 'ਚ ਪ੍ਰੋਬਲਮ ਵੀ ਆਏਗੀ, ਔਰ ਆਹਿਸਤਾ ਸਲੋਲੀ ਹਾਰਟ ਦੇ ਮਸਲ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ। ਏਜ ਫੈਕਟਰ ਅੱਜ ਕੱਲ੍ਹ ਨਹੀਂ ਹੈ, ਕਿਸੇ ਨੂੰ ਮੈਂ ਦੇਖਿਆ ਕਿ 20-21 ਸਾਲ ਵਿੱਚ ਵੀ ਤਕਲੀਫ ਹੋ ਜਾਂਦੀ ਹੈ। ਹਾਂ, ਔਰ ਕਈ ਵਾਰੀ ਕੀ ਕਰਦੇ ਕਿ ਜ਼ਿਆਦਾ ਐਕਸਰਸਾਈਜ਼ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਤਕਲੀਫ ਹੋ ਜਾਂਦੀ ਹੈ। ਸੋ ਓਵਰ ਐਕਸਰਸਾਈਜ਼ ਵੀ ਨਾ ਕਰੋ, ਲੇਕਿਨ ਹਾਂ ਆਕਸੀਜਨ ਜ਼ਰੂਰ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਕਿ ਜਿੰਨੀ ਆਕਸੀਜਨ ਤੁਹਾਡੇ ਅੰਦਰ ਜਾਏਗੀ ਹਾਰਟ ਦੇ ਮਸਲ ਜਿਹੜੇ ਵਧੀਆ ਮੂਵ ਕਰਨਗੇ। ਹਾਂ, ਬਲੱਡ ਸਰਕੂਲੇਸ਼ਨ ਇਜ਼ ਅਨਦਰ ਫੈਕਟਰ ਕਿ ਤੁਹਾਡਾ ਖੂਨ ਜਿਹੜਾ ਪ੍ਰੋਪਰਲੀ ਦੌਰਾ ਕਰਨਾ ਚਾਹੀਦਾ। ਸ਼ੂਗਰ ਵਾਲੇ ਮੈਂ ਦੇਖਿਆ ਕਿ ਜੇ ਬਲੱਡ ਦੇ ਵਿੱਚ ਮਿੱਠਾ ਆ ਜਾਂਦਾ ਅਗਰ, ਫਿਰ ਵੀ ਪ੍ਰੋਬਲਮ ਆਉਂਦੀ ਹੈ ਕਿ ਤੁਹਾਡਾ ਬਲੱਡ ਜਿਹੜਾ ਉਹ ਬਿਲਕੁਲ ਪਤਲਾ ਨਹੀਂ ਹੁੰਦਾ, ਜਿਹਦੇ ਨਾਲ ਸਰਕੂਲੇਸ਼ਨ ਜ਼ਿਆਦਾ ਗਾੜਾ ਹੋ ਜਾਏਗਾ ਤੇ ਸਲੋ ਹੋ ਜਾਏਗਾ। ਤੇ ਜਿਸ ਲਈ ਉਹਦੇ ਨਾਲ ਤੁਸੀਂ ਕੰਬੀਨੇਸ਼ਨ 'ਚ ਅਗਰ ਬਲੱਡ ਪ੍ਰੈਸ਼ਰ ਆ ਜਾਂਦਾ ਹੈ ਤੇ ਪ੍ਰੈਸ਼ਰ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਨਾੜੀਆਂ ਨੂੰ ਜ਼ੋਰ ਐਕਸਟਰਾ ਜਿਹੜਾ ਡੇ ਐਂਡ ਨਾਈਟ ਤੁਹਾਨੂੰ ਕੰਮ ਕਰਨਾ ਪੈਂਦਾ ਹੈ। ਪਰ ਇਹਦੇ ਬਾਅਦ ਫਿਰ ਐਡ ਆਨ ਕੋਲੇਸਟ੍ਰੋਲ ਹੋ ਜਾਂਦਾ ਹੈ ਤੇ ਉਹ ਫਿਰ ਤੁਹਾਨੂੰ ਪਤਾ ਕਿ ਉਹ ਜਿਸ ਤਰ੍ਹਾਂ ਬਾਲੋਸ਼ਾਹੀ ਜਾਂ ਉਹ ਚਾਸ਼ਨੀ ਜਿਹੜੀ ਹੁੰਦੀ ਨਾ, ਗੁਲਾਬ ਜਾਮੁਨ ਚਾਸ਼ਨੀ, ਉਹੋ ਜਿਹਾ ਬਲੱਡ ਹੋ ਜਾਂਦਾ ਨਾ ਕਰੋ ਇਸ ਵੇਲੇ ਤੇ ਇਸ ਕਰਕੇ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਪਰ ਹਾਂ, ਦੂਜੀ ਸਾਈਡ ਇਹ ਹੈ ਕਿ ਜਿਹੜੇ ਸਾਡੇ ਹਾਰਟ ਦੇ ਮਸਲ ਆਹਿਸਤਾ ਕਮਜ਼ੋਰ ਹੋ ਜਾਂਦੇ ਨੇ। ਜਿੰਨੇ ਕਮਜ਼ੋਰ ਹੋ ਜਾਂਦੇ ਇੰਨੇ ਜ਼ਿਆਦਾ ਉਹਨਾਂ ਨੂੰ ਐਗਜ਼ਰਟ ਕਰਨਾ ਪੈਂਦਾ ਹੈ ਕਿ ਇਨ ਆਰਡਰ ਟੂ ਪ੍ਰੋਵਾਈਡ ਸਰਕੂਲੇਸ਼ਨ ਜਿਹੜੀ ਸਿਰ ਤੋਂ ਲੈ ਕੇ ਪੈਰ ਤੱਕ ਕਰਨੀ ਪੈਂਦੀ ਹੈ, ਉਹਦੇ ਵਾਸਤੇ ਕਰਨੇ ਵਾਸਤੇ। ਅੱਛਾ, ਹੁਣ ਜਦੋਂ ਤੁਸੀਂ ਦੱਸਦੇ ਹੋ ਕਿ ਹਾਰਟ ਦੇ ਜਿਹੜੇ ਮਸਲ ਨੇ ਕਮਜ਼ੋਰ ਹੋ ਜਾਂਦੇ ਨੇ, ਬੇਸਿਕਲੀ ਤਾਂ ਇਹ ਵੀ ਇੱਕ ਮਸਲਾ ਹੈ। ਹਾਂਜੀ, ਮੈਨੂੰ ਲੱਗਦਾ ਜਦ ਤੋਂ ਇਨਸਾਨ ਜਨਮ ਲੈ ਲੈਂਦਾ ਹੈ ਜੀ, ਕਿਲਕਾਰੀ ਪਹਿਲੀ ਮਾਰਦਾ ਤੇ ਆਖਰੀ ਪਲਾਂ ਤੱਕ, ਜਦ ਤੱਕ ਇਨਸਾਨ ਇਸ ਧਰਤ ਤੇ ਜਹਾਨ ਤੇ ਰਹਿੰਦਾ, ਉਦੋਂ ਤੱਕ ਸ਼ਾਇਦ ਇਹੀ ਇੱਕ ਮਸਲਾ ਇਸ ਤਰ੍ਹਾਂ ਦਾ ਹੋਣਾ ਹੈ ਜਿਹੜਾ 24 ਆਵਰ ਚੱਲਦਾ ਹੀ ਰਹਿੰਦਾ। ਹੋ ਸਕਦਾ ਰਾਤ ਨੂੰ ਸੁੱਤੇ ਪਏ ਤੇ ਮੈਂ ਗਲਤ ਹੋਇਆ ਠੀਕ ਕਰ ਦਿਓ, ਥੋੜਾ ਬਹੁਤਾ ਸਲੋ ਹੋ ਜਾਂਦਾ ਹੋਵੇ, ਪਰ ਚੱਲਦਾ ਜ਼ਰੂਰ ਰਹਿੰਦਾ। ਨਹੀਂ, ਚੱਲਦਾ ਰਹਿੰਦਾ ਸਲੋ। ਮੈਂ ਕਹਿੰਦੀ ਅਸੀਂ ਥੱਕ ਜਾਂਦੇ ਹਾਂ, ਬ੍ਰੇਨ ਥੱਕ ਜਾਂਦਾ, ਅਗਰ ਉਹਨੂੰ ਵੀ ਰੈਸਟ ਚਾਹੀਦੀ ਹੈ, ਲੇਕਿਨ ਹਾਰਟ ਜਿਹੜਾ ਉਹ 24 ਘੰਟੇ ਚੱਲਦਾ ਰਹਿੰਦਾ, ਰਾਤ ਨੂੰ ਵੀ ਦਿਨ ਨੂੰ ਵੀ। ਹਾਂ, ਜਿਨ੍ਹਾਂ ਦੀ ਸਾਹ ਤਕਲੀਫ ਹੁੰਦੀ ਹੈ ਜਾਂ ਘਰਾੜੇ ਮਾਰਦੇ ਨੇ ਜਿਹੜੇ, ਉਹ CPAP ਮਸ਼ੀਨ ਅੱਜ ਕੱਲ੍ਹ ਕਾਫੀ ਲੋਕੀ ਯੂਜ਼ ਕਰਦੇ ਨੇ, ਘਰਾੜ ਉਹਦੇ ਸਾਹ ਥੋੜੀ ਦੇਰ ਤੱਕ ਰੁਕ ਜਾਂਦਾ, ਪਰ ਰੁਕ ਜਾਂਦਾ ਤੇ ਹਾਰਟ ਨੂੰ ਜ਼ਿਆਦਾ ਗੇਅਰ ਅਪ ਕਰਨਾ ਪੈਂਦਾ ਹੈ। ਬਟ 24/7 ਹਾਰਟ ਜਿਹੜਾ ਚੱਲਦਾ ਹੈ। ਤੇ ਮੈਂ ਕਿਸੇ ਨੇ ਬੜੀ ਸੋਹਣੀ ਗੱਲ ਕੀਤੀ, ਕਹਿੰਦੇ ਕਿ ਹਾਰਟ ਅਗਰ ਤੁਸੀਂ ਸਾਹ ਲੈਂਦੇ ਹੋ, ਕਿਉਂਕਿ ਸਾਹ ਦਾ ਰਿਸ਼ਤਾ ਹਾਰਟ ਦੇ ਨਾਲ ਹੈ, ਸਾਹ ਲੈਂਦੇ ਹੋ ਤੇ ਇਹਦੇ ਨਾਲ ਜਿਸ ਵੇਲੇ ਤੁਸੀਂ ਵਾਹਿਗੁਰੂ ਦਾ ਨਾਮ ਵਿੱਚ ਸ਼ਾਮਿਲ ਕਰ ਲੈਂਦੇ ਹੋ ਤੇ ਉਹ ਜਿਹੜੇ ਉਹਦੀ ਕੀਮਤ ਜਿਹੜੀ ਹੈ ਉਹ ਕਈ ਗੁਣਾ ਵੱਧ ਜਾਂਦੀ ਹੈ। ਤੇ ਹਾਰਟ ਨੂੰ ਵੀ ਜ਼ਰੂਰੀ ਹੈ ਕਿ ਇਹਦੇ ਮਸਲ ਮਜ਼ਬੂਤ ਹੋਣ, ਇੱਕ ਹੈ ਕਿ ਬਿਮਾਰੀਆਂ ਨਹੀਂ ਹੋਣ। ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਦਵਾਈਆਂ ਵੀ ਖਾਂਦੇ ਪਏ ਹੋ, ਇਹ ਨਾ ਸੋਚੋ, ਇਹਦੇ ਭਰੋਸੇ ਨਾ ਰਹੋ ਕਿ ਦਵਾਈਆਂ ਖਾ ਕੇ ਮੇਰੇ ਮਸਲ ਮੈਂ ਠੀਕ ਹੋ ਜਾਵਾਂਗਾ, ਮੈਨੂੰ ਹਾਰਟ ਦੀ ਤਕਲੀਫ ਨਹੀਂ ਹੋਣੀ ਹੈ। ਮਸਲ ਕਮਜ਼ੋਰ ਡੇ ਐਂਡ ਨਾਈਟ ਹੁੰਦੇ ਪਏ ਨੇ, ਦਵਾਈਆਂ ਜਸਟ ਕੰਟਰੋਲਿੰਗ ਨਾਟ ਕਿ ਤੁਹਾਡਾ ਸੋਲੂਸ਼ਨ ਹੈ, ਤੇ ਇਹਦੇ ਨਾਲ ਮਸਲ ਜ਼ਿਆਦਾ ਡੈਮੇਜ ਹੁੰਦੇ ਨੇ, ਕਿਉਂਕਿ ਮੈਡੀਸਨ ਦੇ ਸਾਈਡ ਇਫੈਕਟ ਵੀ ਹੁੰਦੇ ਨੇ। ਸੋ ਦਵਾਈਆਂ ਨਹੀਂ ਖਾਣੀ ਚਾਹੀਦੀਆਂ। ਦੂਸਰਾ ਹੈ ਕਿ ਜਿੱਦਾਂ ਕਹਿੰਦਾ ਹਾਰਟ ਕਹਿੰਦਾ ਮੈਂ ਤੁਹਾਡੇ ਵਾਸਤੇ 24 ਘੰਟੇ ਦੌੜਨਾ ਹੈ, ਤੁਸੀਂ ਮੇਰੇ ਪਾਸੇ ਅੱਧਾ ਘੰਟਾ ਹੀ ਦੌੜੋ। ਅੱਛਾ, ਹੁਣ ਆਹ ਜਿਹੜੀ ਤੁਸੀਂ ਗੱਲ ਬੜੀ ਪਤੇ ਦੀ ਕੀਤੀ ਹੈ ਕਿ ਜਿਹਨੇ ਸਾਰੀ ਜ਼ਿੰਦਗੀ ਪਰ ਸਾਥ ਦੇਣਾ ਹੈ, ਉਹਦੇ ਵਾਸਤੇ ਸਾਨੂੰ ਵੀ ਤਾਂ ਕੁਝ ਕਰਨਾ ਚਾਹੀਦਾ। ਹੁਣ ਤੁਸੀਂ ਕਿਹਾ ਕਿ ਮਸਲ ਜਿਹੜੇ ਹਾਰਟ ਦੇ ਨੇ, ਦਿਲ ਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਬਿਲਕੁਲ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਆਮ ਦੇਖਦੇ ਕਹਿੰਦੇ ਮੇਰਾ ਡੌਲਾ ਦੇਖੋ ਜੀ, ਮੇਰੇ ਜੀ 6 ਪੈਕ ਬਣੇ ਹੋਏ ਨੇ, ਉਹ ਤਾਂ ਨਜ਼ਰ ਆਉਂਦੇ ਆ ਹਰ ਇੱਕ ਬੰਦੇ ਨੂੰ। ਬਿਲਕੁਲ ਬਿਲਕੁਲ। ਪਰ ਦਿਲ ਦੇ ਜਿਹੜੇ ਮਸਲ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਕੀ ਕੀਤਾ ਜਾ ਸਕਦਾ ਜੀ? ਹਾਂ, ਇਹਦੇ ਵਿੱਚ ਅਲੱਗ-ਅਲੱਗ ਹੈ। ਮੇਰੇ ਕੋਲ ਜਿਹੜਾ ਪ੍ਰੋਗਰਾਮ ਹੈ ਉਹਨੂੰ ਪੇਸ ਪ੍ਰੋਗਰਾਮ ਕਹਿੰਦੇ ਨੇ, ਤੇ ਨਾ ਆ ਪ੍ਰੋਗਰੈਸਿਵ ਐਕਸਲਰੇਟਡ ਕਾਰਡੀਓ ਐਕਸਰਸਾਈਜ਼ਸ। ਤੇ ਉਹਦੇ ਵਿੱਚ ਹੈ ਕਿ ਤੁਹਾਨੂੰ ਰੋਜ਼ ਦੀ ਰੋਜ਼, ਜਿਸ ਤਰ੍ਹਾਂ ਮੈਂ ਕਿਹਾ ਸੈਰ ਜ਼ਰੂਰੀ ਹੈ, ਲੇਕਿਨ ਜਿਸ ਲਈ ਤੁਸੀਂ ਰਨਿੰਗ ਕਰਨੀ, ਜਿੰਨੀ ਤੁਹਾਡੀ ਬਾਡੀ ਦੀ ਖਮਤਾ ਹੈ ਉਸੇ ਰਨਿੰਗ ਕਰ ਸਕਦੇ ਹੋ। ਤੇ ਉਹਨੂੰ ਹਾਰਟ ਨੂੰ ਥੋੜਾ ਚੈਲੰਜ ਕਰਨਾ ਕਿ ਥੋੜਾ ਕੋਸ਼ਿਸ਼ ਕਰੋ ਦੌੜਨ ਦੀ,
ਜਿੰਨਾ ਬਹੁਤ ਓਵਰ ਵੀ ਨਾ ਪਰ ਕਰੋ। ਇਹ ਨਹੀਂ ਕਿ ਪਹਿਲੇ ਦਿਨ ਹੀ ਆਏ ਸਪ੍ਰਿੰਟ ਲਾ ਕੇ ਬਹਿ ਗਏ। ਹਾਂਜੀ, ਇਦਾਂ ਨਹੀਂ ਕਰਨਾ, ਥੋੜਾ ਥੋੜਾ ਕਰਕੇ ਕਰੋ, ਕੁਛ ਦੇਰ ਰਨ ਕਰੋ, ਫਿਰ ਤੁਸੀਂ ਸਲੋ ਡਾਊਨ ਹੋ ਜਾਓ, ਫਿਰ ਬਰੀਥਿੰਗ ਲਓ, ਬਰੀਥਿੰਗ ਇੰਨੀ ਲਓ ਕਿ 1 ਸਕਿੰਟ ਜਾਂ 2 ਸਕਿੰਟ ਲਈ ਰੋਕ ਕੇ, ਤਾਂ ਕਿ ਲੰਗਸ ਪੂਰੇ ਫੁੱਲ ਹੋ ਜਾਣ। ਫਿਰ ਤੁਸੀਂ ਦੁਬਾਰਾ ਵਾਕ ਕਰਨਾ ਸ਼ੁਰੂ ਕਰ ਲਓ, 1 ਮਿੰਟ ਵਾਕ ਕਰਕੇ ਫਿਰ ਤੁਸੀਂ ਦੌੜ ਲਓ ਜਿੰਨਾ ਦੌੜ ਸਕਦੇ ਹੋ। ਜਿਸਲੇ ਸਾਹ ਆਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਚੜਨਾ ਸ਼ੁਰੂ ਹੋ ਜਾਏਗਾ, ਉਸਲੇ ਰੁਕ ਜਾਓ। ਤੇ ਇਹਨੂੰ ਤੁਸੀਂ ਪ੍ਰੈਕਟਿਸ ਕਰਨੇ ਦੇ ਬਾਅਦ ਤੁਸੀਂ ਦੇਖੋਗੇ, ਤੁਸੀਂ 2 ਮਿੰਟ 4 ਮਿੰਟ ਵੀ ਦੌੜੋਗੇ ਤਾਂ ਸਾਹ ਨਹੀਂ ਚੜੇਗਾ। ਇੱਕ ਟਾਈਮ ਆਏਗਾ ਤੁਹਾਨੂੰ 10 ਮਿੰਟ ਵੀ ਦੌੜੋਗੇ ਤੁਹਾਨੂੰ ਸਾਹ ਨਹੀਂ ਚੜੇਗਾ। ਸੋ ਦਿਸ ਇਜ਼ ਅ ਐਕਸਰਸਾਈਜ਼ ਕਿ ਹਾਊ ਟੂ ਬਿਲਡ ਯੋਰ ਮਸਲਸ। ਔਰ ਦੂਸਰਾ ਹੈ ਕਿ ਮੇਰੇ ਕੋਲ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਹੈ ਕਿ ਹਾਊ ਟੂ ਰਿਡਿਊਸ ਦ ਇਨਫਲੇਮੇਸ਼ਨ ਵਿਦ ਇਨ ਦਾ ਬੋਡੀ। ਆਪਣੀ ਬਾਡੀ 'ਚ ਸੋਜ ਨਾ ਹੋਏ। ਮੈਂ ਜਿੰਨੇ ਵੀ ਟੈਸਟ ਕੀਤੇ ਨੇ, ਮੇਰੇ ਕੋਲ ਜਿਹੜੇ ਇੱਕ ਹੋਣ ਵਾਲੀ ਟੈਸਟ ਆਇਆ ਬਹੁਤ ਅੱਛਾ ਹੇਅਰ ਟੈਸਟਿੰਗ ਹੈ, ਬਾਲਾਂ ਤੋਂ ਟੈਸਟ ਹੁੰਦੇ ਨੇ। ਉਹ ਥੋੜੇ ਜਿਹੇ ਇੰਨੇ ਸਾਰੇ ਬਾਲ ਕੀ ਕਹਿੰਦੇ ਕਿੰਨੇ ਇੰਨੇ ਕੁ ਬਾਲ ਚਾਹੀਦੇ ਹੁੰਦੇ ਨੇ, ਇਹ ਕੱਟ ਕੇ ਤੇ ਅਸੀਂ ਟੈਸਟ ਕਰਦੇ ਹਾਂ, ਉਹਨੂੰ ਹੇਅਰ ਟੈਸਟਿੰਗ ਕਹਿੰਦੇ ਨੇ। ਤੇ ਫੂਡ ਸੈਂਸਿਟੀਵਿਟੀ ਟੈਸਟ ਹੈ, ਕਿਉਂਕਿ ਜੋ ਰੂਟੀਨ 'ਚ ਅਸੀਂ ਖਾਣਾ ਖਾਂਦੇ ਆ ਉਹਦੇ ਨਾਲ ਸਾਡੇ ਅੰਦਰ ਜਿਹੜੀ ਫੂਡ ਸੈਂਸਿਟੀਵਿਟੀ ਬਣਦੀ ਹੈ, ਇੰਟੋਲਰੈਂਸ ਵੱਧ ਜਾਂਦੀ ਹੈ, ਜਿਹਦੇ ਨਾਲ ਕਿ ਸੋਜ ਬਣ ਕੇ ਸਾਡੀ ਬਾਡੀ ਦੇ ਕਿਤੇ ਨਾ ਕਿਤੇ ਜਮ੍ਹਾਂ ਹੁੰਦੀ ਰਹਿੰਦੀ ਹੈ, ਸਾਡੇ ਬਾਡੀ ਦੇ ਮਸਲ ਵੀ ਜਾਂ ਹਾਰਟ ਦੇ ਮਸਲ ਨੂੰ ਕਮਜ਼ੋਰ ਕਰਦੀ ਹੈ। ਸੋ ਯੂ ਮਸਟ ਗੋ ਥਰੂ ਦੈਟ ਟੈਸਟਿੰਗ। ਬਹੁਤ ਈਜ਼ੀ ਹੈ, ਈਜ਼ੀ ਟੂ ਡੂ। ਜਦ ਥੋੜੇ ਜਿਹੇ ਬਾਲ ਦੇ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਔਰ ਟੈਸਟਿੰਗ ਤੁਸੀਂ ਕਰਾ ਸਕਦੇ ਹੋ, ਤਾਂ ਕਿ ਪਤਾ ਲੱਗੇ ਕਿਹੜੇ ਖਾਣੇ ਮੈਨੂੰ ਖਰਾਬ ਲੱਗਦੇ ਪਏ ਨੇ, ਕਿਹੜੇ ਖਾਣੇ ਮੇਰੇ ਵਾਸਤੇ ਸਹੀ ਨੇ। that is very important। ਔਰ ਮੈਨੂੰ ਲੱਗਿਆ ਕਿ ਸਾਡੇ ਕੋਲ ਤਾਂ ਰੋਜ਼ ਬਹੁਤ ਸਾਰੇ ਲੋਕੀ ਆਉਂਦੇ ਟੈਸਟ ਕਰਾਉਣੇ ਦੇ ਵਾਸਤੇ। ਅੱਛਾ, ਮੈਨੂੰ ਹੋਰ ਦੱਸਿਓ, ਹੁਣ ਕਿਵੇਂ ਬੰਦੇ ਨੂੰ ਪਤਾ ਲੱਗੇ ਜੀ ਕਿ ਮੇਰੇ ਅੰਦਰ ਸੋਜ ਹੈ? ਹਾਂਜੀ, ਇਹਦੀ ਕੋਈ ਨਿਸ਼ਾਨੀ ਹੁੰਦੀ ਹੈ ਜੀ? ਹਾਂਜੀ ਬਿਲਕੁਲ ਜੀ। ਇਸ ਤਰ੍ਹਾਂ ਹੈ ਕਿ ਜਿਹੜਾ ਅਸੀਂ ਟੈਸਟ ਕਰਨੇ ਆ, ਉਸ ਇਹੋ ਹੇਅਰ ਟੈਸਟਿੰਗ ਦਾ ਤਾਂ ਪਤਾ ਲੱਗਦਾ, ਲੇਕਿਨ ਸਲਾਈਵਾ ਟੈਸਟਿੰਗ ਜਿਹੜੀ ਕਰਨੇ ਆ, ਥੁੱਕ ਦਾ ਟੈਸਟ ਕਰਨੇ ਆ, ਉਹਦੇ ਵਿੱਚ ਇੱਕ ਤੇ ਪਤਾ ਲੱਗਦਾ ਕਿ ਮੇਰੇ ਅੰਦਰ ਕਿਹੜੀ ਇਨਫੈਕਸ਼ਨ ਹੈ। ਕਿਉਂਕਿ ਜਿੱਦਾਂ ਹੁਣ ਕੋਵਿਡ ਇਨਫੈਕਸ਼ਨ ਹੈ, ਨਹੀਂ ਪਤਾ ਲੱਗਦਾ, ਇਹ ਸਿੰਪਟਮ ਦੀ ਕੁਛ ਦੇ ਰਹਿੰਦੀ ਹੈ। ਇਦਾਂ ਹੀ ਸਾਡੀ ਬਾਡੀ 'ਚ ਹੋਰ ਵੀ ਬੈਕਟੀਰੀਆ ਵਾਇਰਸ ਜਿਹੜੇ ਆ ਜਾਂਦੇ ਨੇ। ਇੱਕ ਹੋਰ ਵੀ ਇਨਫੈਕਸ਼ਨ ਕੈਂਡੀਡਾ, ਉਹ ਵੀ ਆ ਜਾਂਦਾ ਹੈ। ਕੈਂਡੀਡਾ ਐਲਬੀਕਨ ਬਹੁਤ ਹੀ ਜ਼ਿਆਦਾ ਸਾਡੇ ਲੋਕਾਂ 'ਚ ਆਂਦੀ ਪਈ ਹੈ, ਮੈਂ ਦੇਖਿਆ ਹੁਣ 70 to 80% ਮੈਂ ਦੇਖਣੀ ਉਹਨਾਂ 'ਚ ਇਨਫੈਕਸ਼ਨ ਹੁੰਦੀ ਹੈ। ਸੋ ਉਹਦੇ 'ਚ ਸੋਜ ਹੁੰਦੀ ਹੈ। ਸੋ ਉਹ ਜਿਹੜਾ ਸਲਾਈਵਾ ਟੈਸਟਿੰਗ ਹੈ, ਜਿਹਨੂੰ ਅਸੀਂ ਜੀਨ ਟੈਸਟਿੰਗ ਵੀ ਕਹਿੰਦੇ ਆ, ਉਹਦੇ ਨਾਲ ਇਹ ਹੈ ਕਿ ਇਨਫੈਕਸ਼ਨ ਪਤਾ ਲੱਗੇਗੀ, ਸੋਜ ਪਤਾ ਲੱਗੇਗੀ, ਮੇਰੀ ਬਾਡੀ ਕਿੰਨੀ ਐਸਿਡਿਕ ਹੈ, ਕਿੰਨਾ ਐਸਿਡ ਬਣਾਉਂਦੀ ਪਈ ਹੈ, ਉਹ ਪਤਾ ਲੱਗੇਗਾ। ਪਰ ਹੋਰ ਵੀ ਤੁਹਾਡੇ ਲੀਵਰ ਫੈਟੀ ਹੋਇਆ ਜਾਂ ਨਹੀਂ, ਜਾਂ ਮੈਟਾਬੋਲਿਜ਼ਮ ਕਿੱਦਾਂ ਦਾ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਟੈਸਟ ਵਿੱਚ ਆ ਜਾਂਦੀਆਂ ਨੇ। ਅੱਛਾ, ਇੱਕੋ ਹੀ ਟੈਸਟ ਸਾਰਾ ਕੁਝ ਪਤਾ ਲੱਗ ਜਾਂਦਾ? ਸਾਰਾ ਕੁਝ ਪਤਾ ਲੱਗ ਇੱਕੋ ਹੀ ਟੈਸਟ ਵਿੱਚ ਪਤਾ ਲੱਗਦਾ ਹੈ। ਐਂਡ ਬਹੁਤ ਹੀ ਇਨਫੋਰਮੇਟਿਵ ਹੈ, ਤਾਂ ਕਿ ਇਹ ਨਹੀਂ ਹੈ ਕਿ ਤੁਸੀਂ ਬਹੁਤ ਹੀ ਬਿਮਾਰ ਹੋ ਕੇ ਫਿਰ ਤੁਸੀਂ ਹਸਪੀਟਲ 'ਚ ਐਡਮਿਟ ਹੋ। ਇਹ ਹੈ ਕਿ ਤੁਸੀਂ ਘਰ ਬੈਠੇ ਦੇ ਈਜ਼ੀਲੀ ਇਹ ਟੈਸਟ ਕਰਾ ਸਕਦੇ ਹੋ, ਕਿਉਂਕਿ ਥੁੱਕ ਤੇ ਕੋਈ ਵੀ ਦੇ ਸਕਦਾ ਨਾ। ਅਸੀਂ ਟੈਸਟਿੰਗ ਕਿੱਟ ਬਣਾਈ ਹੈ ਜਿਹੜੀਆਂ ਅਸੀਂ ਤੁਹਾਡੇ ਘਰ ਤੇ, ਆਫਿਸ ਤਾਂ ਨਹੀਂ ਜਾਣਾ ਪਏਗਾ? ਨਹੀਂ, ਆਫਿਸ ਆਉਣ ਦੀ ਲੋੜ ਨਹੀਂ ਅੱਜ ਕੱਲ੍ਹ, ਵੈਸੇ ਵੀ ਨਹੀਂ। ਤੁਹਾਡੇ ਘਰ ਦੇ ਐਡਰੈਸ ਤੇ ਤੁਸੀਂ ਘਰ ਜੋ ਵੀ ਤੁਹਾਡੇ ਘਰ ਦਾ ਐਡਰੈਸ ਹੈ, ਅਸੀਂ ਕਿਟਸ ਬਣਾਈ ਦੀਆਂ ਨੇ, ਉਹ ਤੁਹਾਡੇ ਘਰ ਦੇ ਐਡਰੈਸ ਤੇ ਭੇਜ ਸਕਦੇ ਹਾਂ। ਜਸਟ ਉਹ 'ਚ ਸਲਾਈਵਾ ਥੁੱਕ ਜਿਹੜਾ ਥੋੜਾ ਜਿਹਾ ਪਾ ਕੇ ਉਹ 'ਚ ਸਾਰੀ ਇੰਸਟਰਕਸ਼ਨ ਦਿੱਤੀਆਂ, ਤੁਸੀਂ ਵਾਪਸ ਭੇਜ ਦਿਓ। ਅਸੀਂ ਟੈਸਟ ਕਰਕੇ ਤੁਹਾਡੇ ਰਿਜ਼ਲਟ ਜਿਹੜੇ ਤੁਹਾਨੂੰ ਅਸੀਂ ਈਮੇਲ ਕਰ ਦਿੰਦੇ ਹਾਂ। ਔਰ ਤੁਸੀਂ ਚਾਹੇ ਆਸਟ੍ਰੇਲੀਆ ਹੋ, ਚਾਹੇ US ਹੋ, ਚਾਹੇ ਕੈਨੇਡਾ, ਕਿਤੇ ਵੀ ਹੋ, ਤੁਸੀਂ ਟੈਸਟ ਕਰਾ ਸਕਦੇ ਹੋ। ਦੋਨੋਂ ਟੈਸਟ, 12 ਵਾਲਾ ਟੈਸਟ ਜਿਹੜਾ ਫੂਡ ਇੰਟੋਲਰੈਂਸ ਟੈਸਟ ਹੁੰਦਾ ਹੈ, ਤੇ ਦੂਜਾ ਜਿਹੜਾ ਹੇਅਰ ਟੈਸਟਿੰਗ ਜਿਹੜੀ ਕਿ ਜੀਨ ਟੈਸਟਿੰਗ। ਇਨਫਲੇਮੇਸ਼ਨ ਹੈ, ਤੁਹਾਡੇ ਹਾਰਟ ਦੀ ਇਨਫਲੇਮੇਸ਼ਨ ਹੈ ਜਾਂ ਲੀਵਰ ਦੀ ਹੈ, ਸਪਲੀਨ ਦੀ ਹੈ, ਕਿਤੇ ਵੀ ਹੈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਮੇਰੇ ਹਾਰਟ ਦੇ ਮਸਲ ਕਿੰਨੇ ਕਮਜ਼ੋਰ ਨੇ। ਇਹ ਵੀ, ਔਰ ਕਾਫੀ ਸਾਰੇ ਅਸੀਂ ਐਡ ਆਨ ਕੀਤੇ ਦੇ ਨੇ, ਉਹਨਾਂ ਨੂੰ ਬਾਇਓਮਾਰਕਰਸ ਕਹਿੰਦੇ, ਜਿਹੜਾ ਸਟੱਡੀ ਕਰਕੇ ਪੂਰੀ ਜੀਨ ਟੈਸਟਿੰਗ ਲਿਸਟ ਦੇਣੇ ਆ। ਅੱਛਾ, ਮੈਨੂੰ ਇਹ ਦੱਸਿਓ, ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਹੋ ਸਕਦਾ ਹੈ ਦਿੱਕਤ ਹੋਵੇ ਕਿ ਵਾਲ ਕਟਾਉਣ ਦੀ, ਹਾਂਜੀ, ਉਹਨਾਂ ਵਾਸਤੇ ਕੋਈ ਅਲਟਰਨੇਟਿਵ? ਤੇ ਅਗਲੀ ਇੱਕ ਕਹਾਣੀ ਹੋਰ ਹੈ। ਮੈਂ ਇੱਕ ਵਾਰੀ ਕਿਸੇ ਖੇਡਾਂ ਦੇ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਬੰਦਾ ਸੀ, ਮੈਂ ਉਹਨੂੰ ਪੁੱਛਿਆ, ਤੁਸੀਂ ਡੋਪ ਟੈਸਟ ਕਿਵੇਂ ਕਰਦੇ ਹੋ? ਉਹ ਕਹਿੰਦੇ, ਜੇਕਰ ਕਿਸੇ ਦਾ ਅਸਲ ਕਰਨਾ ਹੋਵੇ ਅਸੀਂ ਵਾਲਾਂ ਤੋਂ ਕਰਦੇ ਆ। ਇਹ ਪਤਾ ਲੱਗ ਜਾਂਦਾ ਕਿ ਕਿੰਨੀ ਦੇਰ ਹੋ ਗਈ ਇਹਨੂੰ ਛੱਡੇ ਨੂੰ, ਜਾਂ ਕਿੰਨੀ ਦੇਰ ਹੋ ਗਈ ਸੀ ਇਹਨੂੰ ਕੋਈ ਨਸ਼ਾ ਲੈਂਦੇ ਨੂੰ। ਹਾਂਜੀ, ਉਹ ਵੀ ਟੈਸਟ ਹੁੰਦਾ। ਹਾਂਜੀ, ਯਾ ਅੱਛਾ, ਜਾਂ ਹੇਅਰ ਟੈਸਟਿੰਗ ਵੀ ਹੁੰਦੀ ਹੈ, ਜਿਹਦੇ ਨਾਲ ਤੁਸੀਂ ਮੈਟਲ ਟੈਸਟਿੰਗ ਹੁੰਦੀ ਹੈ, ਡਰਗ ਟੈਸਟਿੰਗ ਹੁੰਦੀ ਹੈ। ਹੇਅਰ ਮੈਂ ਪਹਿਲੇ ਸਲਾਈਵਾ ਤੋਂ ਕਾਫੀ ਕੀਤੇ ਟੈਸਟ, ਤੁਹਾਨੂੰ ਪਤਾ ਹੀ ਹੈ, ਕਾਫੀ ਦੇਰ। ਪਰ ਇਹ ਮੈਂ ਹੇਅਰ ਟੈਸਟਿੰਗ ਜਿਹੜੀ ਰਿਸਰਚ ਕਰਕੇ ਦੇਖਿਆ, ਕਾਫੀ ਸਾਰੇ ਇਹ ਟੈਸਟ ਜਿਹੜੇ ਹੋਰ ਵੀ ਤੁਸੀਂ ਕਰਾ ਸਕਦੇ ਹੋ। ਪਰ ਜਿਹੜੀ ਤੁਸੀਂ ਗੱਲ ਕੀ ਜਿਹਨਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ, ਜਾਂ ਜਿਹੜੇ ਕਿਸੇ ਕਾਰਨ ਬਾਲ ਨਹੀਂ ਕੱਟ ਸਕਦੇ, ਉਹ ਕਿੱਦਾਂ ਕਰਾਂਗੇ? ਤੇ ਉਹਦੇ ਵਾਸਤੇ ਮੈਂ ਬਹੁਤ ਵਧੀਆ ਤਰੀਕਾ ਹੈ ਕਿ ਜਿਹੜੇ ਤੁਹਾਡੇ ਬਾਲ ਝੜਦੇ ਨੇ, ਕੰਗੀ ਕਰਦੇ ਹੋ ਜਾਂ ਕੰਗੀ 'ਚ ਕਰਦੇ, ਮੈਂ ਕਹਿੰਦੀ ਤੁਸੀਂ ਜਿਪ ਲਾਕ 'ਚ ਪਾ ਕੇ ਸਟੋਰ ਕਰਦੇ ਰਹੋ। ਤੇ ਜੇ ਇਕੱਠੇ ਹੋ ਜਾਣ ਤੁਸੀਂ ਦੇ ਸਕਦੇ ਹੋ। ਅਗਰ ਨਹੀਂ ਦੇ ਸਕਦੇ ਤਾਂ ਫਿਰ ਉਹ ਕੀ ਕਰਦੇ ਨੇ ਕਿ ਕਈ ਆਪਣੇ ਆਰਮਸ ਦੇ ਸਕਦੇ, ਚੈਸਟ ਦੇ, ਕਿਤੋਂ ਵੀ ਤੁਸੀਂ ਥੋੜੇ ਦੇ ਸਕਦੇ ਹੋ। ਓਕੇ, ਸੋ ਇਹਦਾ ਮਤਲਬ ਇਹਦੇ ਨਾਲ ਜਿਹੜਾ ਇਹ ਪ੍ਰੋਸੈਸ ਤੁਸੀਂ ਦੱਸਦੇ ਹੋ ਕਿ ਤੁਹਾਡੇ ਘਰੇ ਇੱਕ ਕਿੱਟ ਆਈ, ਕਿੱਟ ਤੁਹਾਡੇ ਕੋਲ ਵਾਪਸ ਗਈ, ਜਦੋਂ ਤੁਹਾਡੇ ਕੋਲ ਵਾਪਸ ਉਹ ਸਲਾਈਵਾ ਆ ਜਾਂਦਾ, ਉਹਦੇ ਤੋਂ ਬਾਅਦ ਕਿੰਨੀ ਕੁ ਦੇਰ ਦਾ ਪ੍ਰੋਸੈਸ ਹੈ? ਹਾਂਜੀ, ਇਹ 8 ਤੋਂ 10 ਦਿਨ ਲੱਗ ਜਾਂਦੇ ਨੇ, ਮੋਸਟ 2 ਵੀਕਸ ਦਾ ਬਿਜ਼ਨਸ ਡੇਜ਼ ਲੱਗੇ, 2 ਵੀਕਸ ਦੇ ਵਿੱਚ ਦੋਨੋਂ ਟੈਸਟ ਇਕੱਠੇ ਹੋ ਜਾਂਦੇ ਨੇ।
ਜੇ ਕਈ ਇੱਕ ਕਰਾਉਣਾ ਇੱਕ ਵੀ ਕਰਾ ਸਕਦੇ ਨੇ, ਜਿਹੜਾ ਫੂਡ ਦੀ ਪ੍ਰੋਬਲਮ ਰਹਿੰਦੀ ਹੈ, ਤੇ ਜਿਹੜੇ ਇਨਫਲੇਮੇਸ਼ਨ ਜਾਂ ਹਾਰਟ ਹੈ, ਸ਼ੂਗਰ ਹੈ, ਕੋਈ ਵੀ ਹੈ, ਥਾਇਰਾਇਡ ਹੈ, ਕੋਈ ਵੀ ਹੈ, ਤੁਸੀਂ ਉਹ ਵੀ ਟੈਸਟ ਕਰਾ ਸਕਦੇ ਹੋ। ਸੋ ਬੋਥ ਆਰ, ਕਈ ਦੋਨੋਂ ਹੀ ਕਰਾਉਂਦੇ ਨੇ। ਸੋ ਬੋਥ ਆਰ ਵੈਰੀ ਵੈਰੀ ਇਕਨੋਮਿਕਲ, ਰੀਜ਼ਨੇਬਲ। ਲੇਕਿਨ ਟਾਈਮ 2 ਵੀਕਸ ਦਾ ਲੱਗਦਾ ਹੈ, ਪਰ ਪੂਰੀ 10-10 15-15 ਪੇਜਿਸ ਦੀ ਰਿਪੋਰਟ ਪੂਰੀ ਆ ਜਾਂਦੀ ਹੈ। ਤਾਂ ਉਹ ਸਾਹਮਣੇ ਆ, ਸਾਰਿਆਂ ਨੂੰ ਪਤਾ ਲੱਗਦਾ ਕਿ ਇਹ ਮੈਨੂੰ ਖਾਣੇ ਜਾਂ ਨਹੀਂ। ਔਰ ਮੈਂ ਦੇਖਿਆ ਕਿ ਜਿਹੜੇ ਮੈਂ ਪਰਸਨਲੀ ਦੇਖਿਆ ਕਿ ਕਈਆਂ ਨੂੰ ਅਦਰਕ ਦੀ ਐਲਰਜੀ ਹੁੰਦੀ ਹੈ, ਕਈਆਂ ਨੂੰ ਬਦਾਮ ਤੋਂ ਐਲਰਜੀ ਆਉਂਦੀ ਹੈ। ਉਹਨੂੰ ਕਈ ਕਹਿੰਦੇ ਉਹ ਤੇ ਕਈ ਦੱਸਦੇ ਰਹਿੰਦੇ ਅਦਰਕ ਬੜਾ ਅੱਛਾ ਹੁੰਦਾ ਹੈ ਜੋੜਾਂ ਲਈ ਤੇ ਖਾਣੇ ਚਾਹੀਦੇ। ਹਾਂਜੀ, ਤੇ ਉਹ ਉਹਨਾਂ ਨੂੰ ਅਗਰ ਐਲਰਜੀ ਹੈ ਤੇ ਉਹ ਨਹੀਂ ਖਾਣੇ ਚਾਹੀਦੇ, ਕਿਉਂਕਿ ਉਹਨਾਂ ਨੂੰ ਅੰਦਰ ਤੇ ਖਰਾਬੀ ਕਰਨਗੇ। ਕਿਉਂਕਿ ਜਿਸ ਤਰ੍ਹਾਂ ਐਲਰਜੀ ਦਾ ਮਤਲਬ ਹੈ ਜਾਂ ਇੰਟੋਲਰੈਂਸ ਦਾ ਮਤਲਬ ਹੈ ਕਿ ਤੁਹਾਡੀ ਬਾਡੀ ਉਹਦੇ ਫਾਈਟ ਕਰਦੀ ਪਈ ਹੈ, ਉਹਨੂੰ ਲੈ ਨਹੀਂ ਰਹੀ, ਉਹਨੂੰ ਕੱਢ ਰਹੀ ਹੈ। ਤੇ ਫਿਰ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਖਾਣੇ ਨੇ, ਚਾਹੇ ਅਨੀਅਨ ਤੋਂ ਐਲਰਜੀ ਆਉਂਦੀ ਹੈ, ਬਦਾਮ ਤੋਂ ਹੈ, ਐਵੋਕੈਡੋ ਹੈ, ਅਲਸੀ ਤੋਂ ਹੈ, ਕਿਸੇ ਵੀ ਚੀਜ਼ਾਂ ਜਿਹੜੀਆਂ ਤੁਹਾਨੂੰ ਪੂਰੀ ਲਿਸਟ ਆ ਜਾਂਦੀ ਹੈ ਕਿ ਜਿਹੜੀ ਐਲਰਜੀਜ਼ ਤੁਹਾਡੀਆਂ ਹੈ ਨੇ, ਫਿਰ ਉਹ ਫੂਡ ਜੇ ਤੁਸੀਂ ਖਾਂਦੇ ਹੋ ਤੇ ਉਹਦੀ ਤੁਹਾਨੂੰ ਤਾਕਤ ਅੰਦਰ ਨਹੀਂ ਜਾਂਦੀ। ਔਰ ਨੁਕਸਾਨ ਇਹ ਹੁੰਦਾ ਕਿ ਤੁਹਾਡੇ ਉਹਦੀ ਜਿਹੜੀ ਵਿਟਾਮਿਨ ਜਾਂ ਮਿਨਰਲ ਤੁਹਾਨੂੰ ਮਿਲਨੇ ਸੀ ਉਹ ਨਹੀਂ ਮਿਲਦੇ, ਤੇ ਉਹ ਤੁਹਾਡੀ ਬਾਡੀ 'ਚ ਘਾਟ ਚਲਦੀ ਰਹਿੰਦੀ ਹੈ। ਅੱਛਾ, ਹੁਣ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਦਿਲ ਦੇ ਮਸਲ ਨੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਆ ਐਕਸਰਸਾਈਜ਼ਸ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ ਜੀ। ਕਿਉਂਕਿ ਦਿਲ ਉਹ ਹਿੱਸਾ ਹੈ ਸਾਡੇ ਸਰੀਰ ਦਾ ਜਿਹੜਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਜੀ। ਦਿਲ ਨੂੰ ਤੰਦਰੁਸਤ ਰੱਖਣ ਦੇ ਵਾਸਤੇ ਖੁਰਾਕ ਦਾ ਵੀ ਤਾਂ ਬਹੁਤ ਵੱਡਾ ਮਹੱਤਵ ਹੈ। ਬਿਲਕੁਲ ਬਿਲਕੁਲ। ਕਿਹੋ ਜੀ ਖੁਰਾਕ ਇਨਸਾਨ ਨਾ ਖਾਵੇ ਤੇ ਕਿਹੋ ਜੀ ਖਾਵੇ ਕਿ ਸਾਡਾ ਦਿਲ ਤੰਦਰੁਸਤ ਰਹੇ? ਹਾਂਜੀ, ਕਿਉਂਕਿ ਮੈਂ ਇੱਥੇ ਥੋੜਾ ਜਿਹਾ ਜਨਰਲ ਜੀ ਗੱਲ ਕਰ ਲੈਣੇ ਆ, ਕਿਉਂਕਿ ਹਰ ਇੱਕ ਦੀ ਪਰਸਨਲਾਈਜ਼ਡ ਅੰਦਰ ਬਾਡੀ 'ਚ ਕੀ ਹੁੰਦਾ ਪਿਆ। ਕਿ ਕਈ ਵਾਰੀ ਮੈਂ ਕਹਿੰਦੀ ਹਾਂ ਕਿ ਤੁਸੀਂ ਓਮੇਗਾ 3 ਜ਼ਿਆਦਾ ਲੈ ਸਕਦੇ ਹੋ, ਕਿਉਂਕਿ ਓਮੇਗਾ 3 ਵਿੱਚ ਐਂਟੀ ਇਨਫਲੇਮੇਟਰੀ ਤੱਤ ਹੁੰਦੇ ਨੇ ਜਿਹੜੇ ਕਿ ਤੁਹਾਡੀ ਇਨਫਲੇਮੇਸ਼ਨ ਜਿਹੜੀ ਸੋਜ ਹੁੰਦੀ ਉਹ ਘਟਦੇ ਰਹਿੰਦੇ ਆ। ਲੇਕਿਨ ਬਦਾਮ ਵਿੱਚ ਵੀ ਮਿਲਦੀ ਹੈ, ਅਲਸੀ 'ਚ ਵੀ ਮਿਲ ਸਕਦੇ ਨੇ, ਔਰ ਤੁਹਾਡੇ ਚੀਆ ਸੀਡਸ ਨੇ ਉਹ ਵੀ ਤੁਸੀਂ ਲੈ ਸਕਦੇ ਹੋ। ਲੇਕਿਨ ਅਗਰ ਤੁਹਾਡੇ ਟੈਸਟ ਵਿੱਚ ਆਂਦਾ ਕਿ ਤੁਹਾਨੂੰ ਅਲਸੀ ਨਹੀਂ ਲੈਣੀ ਹੈ ਜਾਂ ਚੀਆ ਸੀਡ ਨਹੀਂ ਲੈਣੀ ਤਾਂ ਉਹ ਨਹੀਂ ਲਓ। ਲੇਕਿਨ ਮੈਂ ਜਨਰਲ ਗੱਲ ਕਰਨੀ ਆ ਕਿ ਓਮੇਗਾ 3 ਰਿਚ ਫੂਡ ਜਿੰਨੇ ਵੀ ਹੁੰਦੇ ਨੇ, ਚਾਹੇ ਤੁਸੀਂ ਇਹ ਖਾ ਲਓ, ਐਵੋਕੈਡੋ ਖਾ ਲਓ, ਉਹਦੇ ਵਿੱਚ ਵੀ ਬਹੁਤ ਅੱਛਾ ਹੈ। ਔਰ ਜਿੰਨੇ ਵੀ ਲੀਫੀ ਵੈਜੀਟੇਬਲ, ਸਬਜ਼ੀਆਂ, ਫਰੂਟ ਜਿਹੜੇ ਨੇ ਉਹਨਾਂ 'ਚ ਐਂਟੀਆਕਸੀਡੈਂਟ ਬਹੁਤ ਹੁੰਦੇ ਨੇ। ਬਲੂਬੈਰੀ ਬਹੁਤ ਰਿਚ ਹੈ। ਜਿੰਨੇ ਵੀ ਡਾਰਕ ਪਰਪਲ ਕਲਰ ਦੇ ਫਰੂਟਸ ਹੁੰਦੇ ਨੇ ਉਹ ਬਹੁਤ ਰਿਚ ਹੁੰਦੇ ਨੇ ਐਂਟੀਆਕਸੀਡੈਂਟ ਵਾਸਤੇ, ਉਹ ਜ਼ਰੂਰ ਖਾਣੇ ਚਾਹੀਦੇ। ਔਰ ਫਿਰ ਬਾਕੀ ਜਿਹੜੀ ਹੈ ਕਿ ਤੁਸੀਂ ਜੂਸ ਵਗੈਰਾ ਬਾਜ਼ਾਰ ਦੇ ਨਾ ਖਾਓ, ਤੁਸੀਂ ਘਰ ਤੁਸੀਂ ਸਮੂਦੀ ਪੀਓ ਫਰੂਟ ਵਗੈਰਾ ਨਾਲ। ਕਿ ਕਈ ਕਹਿੰਦੇ ਸੀ ਅਸੀਂ ਜੂਸ ਪੀਨੇ ਆ, ਜੂਸ ਵਿੱਚ ਫਾਈਬਰ ਨਹੀਂ ਹੁੰਦੇ, ਤੁਸੀਂ ਸਿਰਫ ਹਾਂਜੀ ਉਹ ਸ਼ੂਗਰ ਹੁੰਦੀ ਹੈ, ਤੁਹਾਨੂੰ ਤਾਂ ਇੰਨਾ ਨਹੀਂ ਫਾਇਦਾ ਮਿਲਦਾ। ਅਗਰ ਤੁਸੀਂ ਪੂਰੀ ਸਮੂਦੀ ਬਣਾ ਕੇ ਪੀਓ, ਔਰ ਉਹਦੇ ਵਿੱਚ ਵੀ ਕੰਬੀਨੇਸ਼ਨ ਹੈ, ਮੇਰੇ ਕੋਲ ਰੈਸਪੀ ਵੀ ਹੈ, ਜਿਨ੍ਹਾਂ ਨੇ ਲੈਣੀ ਉਹ ਲੈ ਵੀ ਸਕਦੇ ਨੇ। ਉਹਦੀ ਫਰੂਟ ਦੀ ਰੈਸਪੀ ਕਿ ਸਮੂਦੀ ਬਣਾਉਣੀ ਕਿੱਦਾਂ ਹੈ, ਕਿ ਕਿੱਦਾਂ ਪੂਰਾ ਫਾਰਮੂਲਾ ਬਣੇ ਕਿ ਤੁਹਾਡੇ ਹਾਰਟ ਦੇ ਮਸਲ ਜਿਹੜੇ ਮਜ਼ਬੂਤ ਹੋ ਜਾਣ। ਉਹ 'ਚ ਫਰੂਟਸ ਵੀ ਆਉਣਗੇ, ਨਟਸ ਵੀ ਆਉਣਗੇ, ਔਰ ਉਹਦੇ ਵਿੱਚ ਥੋੜੀ ਪ੍ਰੋਟੀਨ ਵੀ ਆਏਗੀ ਜਿਹੜੀ ਈਜ਼ੀਲੀ ਡਿਜ਼ੋਲਵ ਹੋ ਜਾਏ। ਸੋ ਇਸ ਸਾਰੇ ਕੰਬੀਨੇਸ਼ਨ ਵਿੱਚ ਤੁਸੀਂ ਸਮੂਦੀ ਬਣਾ ਕੇ ਪੀ ਸਕਦੇ ਹੋ ਤੇ ਡੇ ਟੂ ਡੇ। ਔਰ ਮਾਰਨਿੰਗ ਟਾਈਮ ਇਜ਼ ਦਾ ਬੈਸਟ ਟਾਈਮ, ਉਸ ਵੇਲੇ ਤੁਹਾਡੇ ਮਜ਼ਬੂਤ ਹੋ ਜਾਣਗੇ। ਨਹੀਂ ਖਾਣੇ ਵਾਲੀ ਚੀਜ਼ਾਂ ਮੈਂ ਬਾਅਦ 'ਚ ਦੱਸਾਂ, ਕਿਉਂਕਿ ਲਿਖੇ ਕਹਿੰਦੇ ਕਿ ਪਹਿਲੇ ਤੁਸੀਂ ਦੱਸਦੇ ਨਹੀਂ ਕੀ ਖਾਣਾ ਤੇ ਨਹੀਂ ਖਾਣਾ। ਮੈਂ ਇਹ ਹਾਰਟ ਵਾਸਤੇ ਸਭ ਤੋਂ ਨੁਕਸਾਨ ਹੈ ਜਿਹੜੇ ਕਰਦਾ ਹੈ ਫ੍ਰੈਂਚ ਫਰਾਈਜ਼, ਪਕੌੜੇ। ਠੀਕ ਹੈ, ਉਹ ਫਰਾਈਡ ਚੀਜ਼ਾਂ ਜਿਹੜੀਆਂ ਬਿਲਕੁਲ ਗਰਮ ਤੇਲ ਤੇ ਫੂਡ ਜਿੰਨਾ ਵੀ ਫਰਾਈ ਕਰਕੇ ਜਿਹੜਾ ਆਇਲ ਜਿਹੜਾ ਹੈ ਨਾ ਉਹ ਇੰਨਾ ਕੱਢਦਾ ਹੈ ਨਾ ਕਿ ਉਹਦੇ ਵਿੱਚ ਉਹਨੂੰ ਕਹਿੰਦੇ ਆਕਸੀਡਾਈਜ਼ਡ LDL। ਜਿਸ ਤਰ੍ਹਾਂ ਤੁਸੀਂ ਟੈਸਟ ਕਰਦੇ ਹੋ ਚਾਹੁੰਦੇ ਨਾ LDL ਇੰਨਾ, HDL ਇੰਨਾ, ਟ੍ਰਾਈਗਲਿਸਰਾਈਡਸ ਇੰਨੇ ਨੇ, ਤੇ ਉਹ ਜਿਹੜਾ ਆਕਸੀਡਾਈਜ਼ਡ LDL ਹੈ ਉਹ ਇੰਨਾ ਨੁਕਸਾਨ ਕਰਦਾ ਹੈ ਕਿ ਜਿਸ ਵੇਲੇ ਫ੍ਰੈਂਚ ਫਰਾਈ ਦੇ ਨਾਲ ਲੱਗਿਆ ਹੀ ਹੁੰਦਾ, ਜਿਸ ਵੇਲੇ ਤੁਹਾਡੀ ਬਾਡੀ 'ਚ ਜਾਂਦਾ ਹੈ, ਜਿਹੜੀ ਸਾਡੇ ਬਲੱਡ ਵੈਸਲਸ ਹੁੰਦੇ ਨੇ ਉਹਨਾਂ ਨੂੰ ਟੀਅਰਿੰਗ ਹੋ ਜਾਂਦੀ ਹੈ, ਟੀਅਰਿੰਗ ਵਿੱਚ ਟੁੱਟ ਜਾਂਦੇ ਨੇ, ਅੰਦਰ ਜਿਹੜੀ ਲੇਅਰ ਹੁੰਦੀ ਹੈ ਉਹ ਬ੍ਰੇਕ ਡਾਊਨ ਹੋ ਜਾਂਦੀ ਹੈ ਤੇ LDL ਉੱਥੇ ਲੁਕੋ ਜਾਂਦਾ ਅੰਦਰ ਜਾ ਕੇ, ਤੇ ਉੱਥੇ ਜਾ ਕੇ ਤੁਹਾਡਾ ਬੈਡ ਕੋਲੇਸਟ੍ਰੋਲ ਫਿਰ ਨਾੜੀਆਂ 'ਚ ਜੰਮਣਾ ਸ਼ੁਰੂ ਹੋ ਜਾਂਦਾ। ਡੇ ਟੂ ਡੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਬਾਡੀ 'ਚ ਕਲੀਨ ਨਹੀਂ ਹੁੰਦਾ ਪ੍ਰੋਸੈਸ ਵਿੱਚ, ਉੱਥੇ ਹੀ ਰਹਿੰਦਾ। ਸੋ ਦਿਸ ਇਜ਼ ਹਾਈਲੀ ਡੇਂਜਰਸ। ਇਹਨੂੰ ਕਹਿੰਦੇ ਕਿ ਫਲੇਮ ਇਨ ਦਾ ਬਾਡੀ। ਤੁਹਾਡੀ ਬਾਡੀ 'ਚ ਇੱਕ ਕਿਸਮ ਦੀ ਫਲੇਮ ਜਿਹੜੀ ਆਉਂਦੀ ਹੈ, ਜਿਹੜੀ ਆਹਿਸਤਾ ਆਹਿਸਤਾ ਫਿਰ ਸੋਜ ਬਣ ਜਾਂਦੀ ਹੈ, ਬਲੱਡ ਵੈਸਲਸ ਸੋਜ ਬਣ ਜਾਂਦੀ ਹੈ। ਇਹਦੇ ਨਾਲ ਵੀ ਕਿਸੇ ਅਗਰ ਬ੍ਰੇਨ ਵਿੱਚ ਅਗਰ ਚਲੇ ਜਾਏ ਸਾਰੇ ਤੇ ਤੁਹਾਡੇ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ, ਹਾਰਟ ਵਿੱਚ ਹੋਏ ਤਾਂ ਹਾਰਟ ਅਟੈਕ ਹੋ ਸਕਦਾ ਹੈ ਨਾ। ਤੇ ਅਗਰ ਤੁਹਾਨੂੰ ਸ਼ੂਗਰ ਦੇ ਨਾਲ ਜਿਸ ਤਰ੍ਹਾਂ ਮੈਂ ਕਿਹਾ ਉਹ ਕੰਬੀਨੇਸ਼ਨ ਤੇ ਹੈ ਹੀ ਹੈ ਚਾਸ਼ਨੀ ਵਰਗਾ। ਸੋ ਜਸਟ ਬੀ ਅਵੇਅਰ ਕਿ ਮੇਰੀ ਬਾਡੀ 'ਚ ਅੱਜ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ ਜਾਂ ਸਾਰੇ ਮੇਰੇ ਅੰਦਰ ਕੋਲੇਸਟ੍ਰੋਲ ਹੈ, ਤੇ ਜ਼ਰੂਰ ਆਪਣੇ ਟੈਸਟ ਕਰਾ ਕੇ ਇਹ ਬਿਮਾਰੀਆਂ ਨੂੰ ਕੱਢੋ ਬਾਹਰ। ਨਵਾਂ ਸਾਲ ਜਿਹੜਾ ਹੈ 2021 ਬਹੁਤ ਹੀ ਵਧੀਆ ਹੈ, ਆਪਣੀ ਸਿਹਤ ਨੂੰ ਦਿਓ। ਇਹ ਸਾਰੀਆਂ ਬਿਮਾਰੀਆਂ ਨਿਕਲ ਜਾਣੀ ਚਾਹੀਦੀਆਂ, ਇਹ ਅੰਦਰ ਨਹੀਂ ਰਹਿਣੀ ਚਾਹੀਦੀਆਂ। ਔਰ ਇਹ ਹਾਰਟ ਵਾਸਤੇ ਬਹੁਤ ਹੀ ਨੁਕਸਾਨ ਹੈ ਆਕਸੀਡਾਈਜ਼ਡ LDL,
ਔਰ ਜਿਹੜਾ ਤੁਹਾਡਾ ਕੀ ਅਗਰ HDL ਘੱਟ ਹੁੰਦਾ ਹੈ, ਜਿਹੜਾ ਜੈਨੇਟਿਕਲੀ ਗੁੱਡ ਕੋਲੇਸਟ੍ਰੋਲ ਤੁਹਾਡੀ ਬਾਡੀ 'ਚ ਘੱਟ ਹੋਏਗਾ, ਕਿਉਂਕਿ ਅਗਰ ਬੈਡ ਕੋਲੇਸਟ੍ਰੋਲ ਆਂਦਾ ਵੀ ਹੈ ਤੇ ਗੁੱਡ ਕੋਲੇਸਟ੍ਰੋਲ ਕੀ ਕਰਦਾ, ਉਹਨੂੰ ਕਲੀਨ ਕਰ ਦਿੰਦਾ, ਸਾਫ਼ ਕਰ ਦਿੰਦਾ। ਲੇਕਿਨ ਅਗਰ ਜਿਨ੍ਹਾਂ ਦਾ ਜੈਨੇਟਿਕਲੀ HDL ਘੱਟ ਹੁੰਦਾ ਹੈ ਨਾ, ਪੇਰੈਂਟਸ ਕੋਲੋਂ ਮਿਲਦਾ, ਤੇ ਉਹ ਫਿਰ ਉਹਨੂੰ ਕਲੀਨ ਨਹੀਂ ਕਰ ਸਕਦਾ, LDL ਰਹਿੰਦਾ ਹੈ ਤੇ ਉਹ ਜਮਾ ਹੁੰਦਾ ਰਹਿੰਦਾ ਤੇ ਨਾੜੀਆਂ ਬਲਾਕ ਹੋ ਜਾਂਦੀਆਂ। ਲੇਕਿਨ ਬੈਨੀਪਾਲ ਜੀ ਪ੍ਰੋਬਲਮ ਇਹ ਹੈ ਕਿ ਉਹਨੂੰ ਪਤਾ ਬਹੁਤ ਲੇਟ ਲੱਗਦਾ ਹੈ। ਜਿਸ ਲਈ ਤੁਹਾਡੇ 90 ਜਾਂ 95% ਹੋ ਜਾਂਦਾ, ਉਹ ਵੀ ਲੱਕੀ ਹੋਏਗਾ, ਕੋਈ ਟੈਸਟ ਹੋ ਜਾਂਦਾ ਤਾਂ ਹੀ ਪਤਾ ਲੱਗਦਾ ਹੈ। ਲੇਕਿਨ ਇਹਨਾਂ ਚੀਜ਼ਾਂ ਦਾ ਡੇ ਟੂ ਡੇ ਬੇਸ ਤੇ ਨਹੀਂ ਪਤਾ ਲੱਗਦਾ, ਕਿਉਂਕਿ ਅੱਜ ਦੀ ਡੇਟ ਮੈਨੂੰ ਨਹੀਂ ਪਤਾ ਮੇਰੇ ਕਿੰਨੀਆਂ ਨਾੜੀਆਂ ਬਲੌਕ ਨੇ, ਕਿਉਂਕਿ ਕਦੀ ਟੈਸਟ ਕਰਵਾਵਾਂਗੇ ਫਿਰ ਪਤਾ ਲੱਗਦਾ। 3% ਹੋਏਗਾ, 40 ਹੈ, 50 ਹੈ, 60 ਹੈ, ਉਹ ਟਾਈਮ ਇਗਨੋਰ ਹੋ ਜਾਂਦਾ। 90-95% ਹੀ ਪਤਾ ਲੱਗਦਾ, ਉਹਦੇ ਬਾਅਦ ਵਿੱਚ ਜਦੋਂ ਉਹ ਵੀ ਟੈਸਟ ਹੋਣਗੇ ਤਾਂ ਹੀ ਪਤਾ ਲੱਗਦਾ। ਸੋ ਹੁਣ ਲਗਭਗ ਆਪਣਾ ਸਮਾਂ ਸਮਾਪਤੀ ਦੇ ਕਿਨਾਰੇ ਤੇ ਹੈ ਜੀ। ਜਿਹੜੇ ਦਰਸ਼ਕ ਤੁਹਾਨੂੰ ਵੇਖ ਰਹੇ ਆ, ਸੁਣ ਰਿਹਾ, ਕਿਸੇ ਨੇ ਟੈਸਟ ਕਿਟ ਲੈਣੀ ਹੋਵੇ, ਕਿਸੇ ਨੇ ਕੋਈ ਰੈਸਪੀ ਲੈਣੀ ਹੋਵੇ, ਕਿਸੇ ਨੇ ਕੋਈ ਐਕਸਰਸਾਈਜ਼ ਦਾ ਨੁਸਖਾ ਲੈਣਾ ਹੋਵੇ, ਜ਼ਰੂਰ ਤੁਹਾਡੇ ਨਾਲ ਵਧੀਆ ਸੰਪਰਕ ਕਰਨ ਦਾ ਤਰੀਕਾ ਸਭ ਤੋਂ ਕਿਹੜਾ ਹੈ? ਤੁਹਾਡੀ ਕੋਈ ਵੈਬਸਾਈਟ ਹੈ, ਕੋਈ ਈਮੇਲ ਹੈ, ਕਿਵੇਂ ਤੁਹਾਡੇ ਨਾਲ ਸੰਪਰਕ ਕਰਨ? ਬਿਲਕੁਲ ਜੀ ਬੈਨੀਪਾਲ ਜੀ, ਕੰਟੈਕਟ ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਕਹਿੰਦੇ ਫੋਨ ਨੰਬਰ ਮਿਸ ਹੋ ਜਾਂਦੇ, ਸਕਰੀਨ ਤੇ ਨੰਬਰ ਤੇ ਆਉਂਦੇ ਨੇ, ਲੇਕਿਨ ਕਈ ਵਾਰੀ ਮਿਸ ਹੋ ਜਾਂਦੇ। ਮੈਂ ਦੱਸ ਦੇਣੀ ਆ, ਇਟਸ 6045935030 ਮੇਰਾ ਫੋਨ ਨੰਬਰ ਹੈ ਆਫਿਸ ਦਾ। ਤੁਸੀਂ ਉੱਥੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਆਪਣੀ ਕਿਟ ਆਰਡਰ ਕਰ ਸਕਦੇ ਹੋ। ਅਗਰ ਬੁੱਕ ਵੀ ਲੈਣੀ ਹੈ, ਤੁਸੀਂ ਬੁੱਕ ਸਾਡੇ ਕੋਲੋਂ ਵੀ ਲੈ ਸਕਦੇ ਹੋ, COVID-19 ਪੈਂਡੇਮਿਕ ਦੀ, ਰਿਟਨ ਬਾਈ ਡਾਕਟਰ ਅਭਿਸ਼ੇਕ ਭਗਤ। ਤੇ ਜਿਹੜੀ ਅਗਰ ਤੁਸੀਂ ਆਰਡਰ ਟੈਸਟ ਕਰਨਾ ਤੇ 6045935030 ਇਜ਼ ਦ ਬੈਸਟ ਨੰਬਰ ਟੂ ਡਾਇਲ। ਹਾਂ, ਅਗਰ ਵੈਬਸਾਈਟ ਤੇ ਜਾਣਾ ਹੈ ਤਾਂ ਵੈਬਸਾਈਟ ਜਿਹੜੀ ਹੈ www.advancedgenomics.ca advancedgenomics.ca ਤੇ ਜਾ ਕੇ ਕਾਫੀ ਸਾਰੀ ਇਨਫੋਰਮੇਸ਼ਨ ਇਹਦੇ ਰਿਲੇਟਡ ਵੀ ਹੈ। ਔਰ ਹਾਂ, ਫਾਇਦਾ ਹੈ ਕਿ ਟੈਸਟੀਮੋਨੀਅਲਸ ਵੀ ਉਹਦੇ 'ਚ ਹੈ ਨੇ, ਕਿ ਜਿਹੜੇ ਲੋਕੀ ਠੀਕ ਹੋ ਗਏ ਦੇ ਨੇ, ਉਹਨਾਂ ਨੇ ਆਪਣੀ ਵੀਡੀਓ ਬਣਾ ਕੇ ਉੱਥੇ ਲਗਾਈ ਦੀਆਂ ਨੇ, ਤਾਂ ਯੂ ਕੈਨ ਜਸਟ ਗੋ ਐਂਡ ਵਾਚ ਦੈਟ ਥਰੂ। ਸੋ ਡਾਕਟਰ ਸਾਹਿਬਾ, ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਕੀਮਤੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ, ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਐਡਵਾਂਸਡ ਜੀਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ, ਜਿਨ੍ਹਾਂ ਨੇ ਅੱਜ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈ, ਉਹ ਜਾਣਕਾਰੀ ਜਿਸ ਦੀ ਹਮੇਸ਼ਾ ਹੀ ਹਰ ਇੱਕ ਵਿਅਕਤੀ ਨੂੰ ਪਲ ਪਲ ਤੇ ਜ਼ਰੂਰਤ ਹੈ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਪੇਸ਼ਕਸ਼ ਚੰਗੀ ਲੱਗੀ ਹੋਣੀ ਹੈ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਸਾਂਝਾ TV।